अमित शर्मा इस वक्त एक बड़ा अपडेट सामने आ रहा है कि अंदर किसान आगुआं की मीटिंग चल रही है। देश के ਜਿਹੜੇ ਮੰਤਰੀ ਹੈਗੇ ਆ ਖੇਤੀ ਮੰਤਰੀ ਹੈਗੇ ਆ ਉਹਨਾਂ ਨਾਲ ਮੀਟਿੰਗ ਚੱਲ ਰਹੀ ਤੇ ਇੱਕ ਅਪਡੇਟ ਸਾਹਮਣੇ ਆਇਆ ਕਿ ਉਹਨਾਂ ਨੇ ਕਿਸਾਨ ਆਗੂਆਂ ਨੂੰ ਪੁੱਛਿਆ ਕਿ ਤੁਸੀਂ ਆਪਣਾ ਸੁਝਾਅ ਦੱਸੋ ਵੀ ਅੱਗੇ ਕੀ ਕਰ ਸਕਦੇ ਆ। ਇਹ ਕੀ ਹੈਗਾ ਪੂਰਾ ਜਿਹੜਾ ਡਿਟੇਲ ਕੀ ਹੈ ਇਹ ਸਾਰੇ ਜਾਣਕਾਰੀ ਲੈਣੇ ਆ ਸਾਡੇ ਨਾਲ ਮੇਰੇ ਸਹਿਯੋਗੀ ਰਣਵੀਰ ਨੇ। ਰਣਵੀਰ ਕੀ ਅਪਡੇਟ ਕੀ ਹੈਗਾ ਮੇਨ ਸਾਰੀ ਗੱਲ ਕੀ ਹੈਗੀ? ਬਿਲਕੁਲ ਅਮਿਤ, ਜਿਸ ਢੰਗ ਦੇ ਨਾਲ ਜਿਹੜਾ ਲਗਾਤਾਰ ਮੀਟਿੰਗ ਜਿਹੜੀ ਹੈ ਜਾਰੀ ਹੈ ਤਾਂ ਇਸ ਵੇਲੇ ਵੱਡਾ ਅਪਡੇਟ ਜਿਹੜਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਕਿ ਪਹਿਲਾਂ ਤਾਂ ਜਦੋਂ ਮੀਟਿੰਗ ਦੀ ਸ਼ੁਰੂਆਤ ਹੁੰਦੀ ਹੈ ਤਾਂ ਫਿਰ ਉਸੇ ਗੱਲ ਤੇ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਮੰਗ ਕਰਦੀਆਂ ਨੇ ਕਿ ਜਿਹੜੇ ਕਾਰਨ ਤਾਂ ਉਸ ਤੋਂ ਬਾਅਦ ਸਰਕਾਰ ਕਹਿੰਦੀ ਕਿ ਅਸੀਂ ਰੱਦ ਨਹੀਂ ਕਰ ਸਕਦੇ, ਅਸੀਂ ਸੰਸ਼ੋਧਨ ਕਰ ਸਕਦੇ ਹਾਂ, ਜਿਸ ਤੋਂ ਬਾਅਦ ਅੱਗੇ ਕੀ ਕੀਤਾ ਜਾਵੇ। ਤਾਂ ਗੱਲ ਤੋਂ ਬਾਅਦ ਸਰਕਾਰ ਹੁਣ ਕਿਸਾਨਾਂ ਦੇ ਪਾਲੇ ਦੇ ਵਿੱਚ ਗੇਂਦ ਸੁੱਟ ਰਹੀ ਹੈ ਕਿ ਤੁਸੀਂ ਦੱਸੋ ਫਿਰ ਅਸੀਂ ਕੀ ਕਰੀਏ। ਪ੍ਰਪੋਜ਼ਲ ਜਿਹੜੇ ਨੇ ਹੁਣ ਕਿਸਾਨ ਜਥੇਬੰਦੀਆਂ ਤੋਂ ਮੁੜ ਤੋਂ ਮੰਗੇ ਜਾ ਰਹੇ ਨੇ। ਭਾਵ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੀ ਜਿਹੜੀ ਰੱਦ ਕਰਨ ਦੀ ਮੰਗ ਹੈ ਉਸ ਤੋਂ ਛੋਟ ਕੇ ਕਿ ਕਿਵੇਂ ਇਸ ਦਾ ਹੱਲ ਨਿਕਲ ਸਕਦਾ ਹੈ। ਇਹ ਪ੍ਰਪੋਜ਼ਲ ਜਿਹੜਾ ਇਸ ਵੇਲੇ ਮੁੜ ਤੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਮੰਗਿਆ ਗਿਆ ਹੈ। ਤੇ ਵੱਡੀ ਗੱਲ ਇਹ ਵੀ ਹੈ ਕਿ ਅੱਜ ਫੇਰ ਤਲਖੀ ਵੀ ਦੇਖਣ ਨੂੰ ਮਿਲੀ ਹੈ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਤੇ ਨਰਿੰਦਰ ਸਿੰਘ ਤੋਮਰ ਵਿਚਾਲੇ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਸ ਢੰਗ ਦੇ ਨਾਲ ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ ਮੌਜੂਦ ਨੇ, ਸੋਮ ਪ੍ਰਕਾਸ਼ ਮੌਜੂਦ ਨੇ, ਮੀਟਿੰਗ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਉਂਕਿ ਗੱਲਬਾਤ ਜਿਹੜੀ ਉਸੇ ਥਾਂ ਤੋਂ ਸ਼ੁਰੂ ਹੁੰਦੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਆਏ ਹਾਂ ਤਾਂ ਸਰਕਾਰ ਫੇਰ ਕਹਿੰਦੀ ਹੈ ਕਿ ਕੋਈ ਵਿਚਾਲੇ ਦਾ ਰਸਤਾ ਖੋਜਿਆ ਜਾਵੇ, ਕੋਈ ਤੁਸੀਂ ਪ੍ਰਪੋਜ਼ਲ ਦੇ ਦਿਓ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਨਾ ਕਰਨੇ ਪੈਣ, ਉਹਦਾ ਕੋਈ ਹੱਲ ਨਿਕਲ ਜਾਵੇ। ਜਿਸ ਤੋਂ ਬਾਅਦ ਹਾਲਾਂਕਿ ਖੇਤੀ ਮੰਤਰੀ ਨਰਿੰਦਰ ਆ ਚੁੱਕਿਆ ਮੀਟਿੰਗ ਤੋਂ ਕਿ ਇਹ ਜਿਹੜੀ ਮੀਟਿੰਗ ਹੈ ਇਹ ਮੀਟਿੰਗ ਹੋ ਰਹੀ ਹੈ। ਪਰ ਵੱਡੀ ਗੱਲ ਇਹ ਹੈ ਕਿ ਅੱਜ ਵੀ ਸਰਕਾਰ ਮੰਨਦੀ ਅਮਿਤ ਨਜ਼ਰ ਨਹੀਂ ਆ ਰਹੀ ਹੈਗੀ। ਯਾਨੀ ਪ੍ਰਪੋਜ਼ਲ ਉਹੀ ਪੁਰਾਣੀ ਪ੍ਰਪੋਜ਼ਲ ਕੀ ਦੇਣ, ਕਿਉਂਕਿ ਕਿਸਾਨ ਪਹਿਲੀ ਮੀਟਿੰਗ ਤੋਂ ਡਟੇ ਹੋਏ ਆ, ਯਾਨੀ ਉਦੋਂ ਦੀ ਜਿਹੜਾ ਪ੍ਰਪੋਜ਼ਲ ਸੈਕੰਡ ਚ ਫਿਰ ਯਾਨੀ ਫਿਰ ਬਿਲਕੁਲ ਅਮਿਤ, ਜਿਸ ਢੰਗ ਦੇ ਨਾਲ ਇਸ ਵੇਲੇ ਤੁਸੀਂ ਦੇਖੋ ਕਿ 9ਵੀਂ ਮੀਟਿੰਗ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਇਹ ਆਖਰੀ ਮੀਟਿੰਗ ਸਾਬਤ ਹੋ ਜਾਵੇ, ਕਿਉਂਕਿ ਇੱਕ ਪਾਸੇ ਮੈਟਰ ਸਬ ਜੂਡੀਅਸ ਹੋ ਗਿਆ ਜਾਂ ਮੈਟਰ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ। ਹਾਲਾਂਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਅੱਗੇ ਪੇਸ਼ ਨਹੀਂ ਹੋਣਾ, ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਣਾ ਪੱਖ ਉਸੇ ਸਾਹਮਣੇ ਰੱਖਾਂਗੇ, ਤੁਸੀਂ ਵੀ ਆਪਣਾ ਪੱਖ ਕਮੇਟੀ ਅੱਗੇ ਰੱਖੋ। ਹਾਲਾਂਕਿ ਉਹਨਾਂ ਦੇ ਜਿਹੜੇ 4 ਦੇ ਵਿੱਚੋਂ ਇੱਕ ਮੈਂਬਰ ਵਾਪਸ ਵੀ ਚਲੇ ਗਏ, ਛੱਡ ਵੀ ਦਿੱਤੀ ਹੈ ਕਮੇਟੀ, ਪਰ ਫਿਰ ਵੀ ਸਰਕਾਰ ਕਹਿ ਰਹੀ ਹੈ, ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਇਹ ਕਮੇਟੀ ਜਿਹੜੀ ਆ 10 ਦਿਨ ਦੇ ਅੰਦਰ ਅੰਦਰ ਕਿਸਾਨ ਜਥੇਬੰਦੀ ਨਾਲ ਗੱਲਬਾਤ ਕਰੂਗੀ। ਪਰ ਹੁਣ ਜਿਹੜਾ ਮੀਟਿੰਗ ਦੇ ਵਿੱਚੋਂ ਵੱਡਾ ਅਪਡੇਟ ਨਿਕਲ ਕੇ ਆਇਆ ਕਿ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਤੁਸੀਂ ਦੱਸੋ ਕਿ ਕੀ ਅਸੀਂ ਚੇਂਜ ਕਰ ਸਕਦੇ ਹਾਂ, ਪਰ ਰੱਦ ਕਰਨ ਵਾਲੀ ਗੱਲ ਤੇ ਸਰਕਾਰ ਅੱਜ ਵੀ ਨਹੀਂ ਆ ਰਹੀ ਹੈਗੀ। ਬਿਲਕੁਲ ਦੇਖੋ ਇਹਦੇ ਵਿੱਚ ਇੱਕ ਰਣਵੀਰ ਹੋਰ ਚੀਜ਼ ਗੱਲ ਹੈਗੀ ਆ ਵੀ ਜਿਵੇਂ ਹੁਣ 4 ਮੈਂਬਰੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ, ਪਰ ਉਸ ਤੋਂ ਬਾਅਦ ਇੱਕ ਬੰਦਾ ਉਹਦੇ ਵਿੱਚੋਂ ਬਾਹਰ ਹੋ ਜਾਂਦਾ, ਯਾਨੀ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੀ ਕਮੇਟੀ ਚੋਂ ਇੱਕ ਬੰਦਾ ਬਾਹਰ ਬਣਾ। ਇਹ ਬੜੀ ਵੱਡੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਜੇਕਰ ਕਮੇਟੀ ਬਣਾ ਰਹੀ ਹੈ ਤਾਂ ਕੁਝ ਸੋਚ ਕੇ ਬਣਾਈ ਹੋਊਗੀ। ਜੇ ਕਿਸੇ ਨੇ ਬਾਹਰ ਸਟੈਪ ਕੀਤੇ ਕਿਸਾਨਾਂ ਦੇ ਹੱਕ ਦੀ ਬਾਹਰ ਗਿਆ। ਬਿਲਕੁਲ ਇਹ ਵੱਡੀ ਗੱਲ ਹੈ ਕਿ ਜੇ ਕਮੇਟੀ ਦੇ ਵਿੱਚੋਂ ਇੱਕ ਸ਼ਖਸ ਜਿਹੜਾ ਉਹ ਵਾਪਸ ਹੋ ਜਾਵੇ, ਉਹ ਵੀ ਸੁਪਰੀਮ ਕੋਰਟ ਦੀ ਕਮੇਟੀ ਦੇ ਵਿੱਚੋਂ, ਤਾਂ ਕਿਤੇ ਨਾ ਕਿਤੇ ਇਹ ਪ੍ਰੈਸ਼ਰ ਜਿਹੜਾ ਹੈ ਕਿਸਾਨ ਜਥੇਬੰਦੀਆਂ ਦਾ, ਕਿਸਾਨਾਂ ਦਾ, ਇੱਕ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ। ਇੱਕ ਦੂਜਾ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਤੋਂ ਸੁਝਾਅ ਨਹੀਂ ਲਿਆ ਗਿਆ ਕਿ ਜਿਹੜੇ ਬੰਦਿਆਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਤੋਂ ਪੁੱਛਿਆ ਨਹੀਂ ਗਿਆ ਹੈਗਾ ਕਿ ਤੁਹਾਨੂੰ ਕਮੇਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਵੇ, ਤਾਂ ਉਹਨਾਂ ਤੋਂ ਹਾਂ ਨਹੀਂ ਲਈ ਗਈ, ਉਹਨਾਂ ਤੋਂ ਨਹੀਂ ਲਈ ਗਈ। ਇਸ ਕਰਕੇ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਜਦੋਂ ਪਹਿਲੀ ਵਾਰ ਸਵਾਲ ਕੀਤਾ ਗਿਆ ਸੀ ਮੀਡੀਆ ਦੇ ਵੱਲੋਂ ਤਾਂ ਉਹ ਕਹਿੰਦੇ ਮੈਨੂੰ ਵੀ ਨਹੀਂ ਹਾਲੇ ਪਤਾ ਹੈਗਾ ਕਿ ਮੇਰਾ ਨਾਮ ਜਿਹੜਾ ਉਹ ਸਾਹਮਣੇ ਆਇਆ, ਪਰ ਜੋ ਉਹਨਾਂ ਨੇ ਕਮੇਟੀ ਜਿਹੜੀ ਆ ਉਹ ਛੱਡ ਦਿੱਤੀ, ਕੱਲ ਹੀ ਛੱਡ ਦਿੱਤੀ ਹੈ। ਜਿਸ ਢੰਗ ਦੇ ਨਾਲ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦੀ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਨਾ ਕਰਵਾਉਣ ਤੇ ਮੰਨ ਜਾਣ, ਸੰਸ਼ੋਧਨ ਤੇ ਮੰਨ ਜਾਣ, ਜਾਂ ਕੋਈ ਦੋ ਰਸਤੇ ਇੱਕ ਹੋਰ ਨੇ। ਇੱਕ ਜਿਹੜਾ ਰਸਤਾ ਇਹ ਵੀ ਸਾਹਮਣੇ ਆ ਰਿਹਾ ਸੀਗਾ ਕਿ ਸਟੇਟਾਂ ਤੇ ਛੱਡ ਦਿਓ, ਕਿ ਸਟੇਟ ਆਪਣੀ ਮਰਜ਼ੀ ਹੋਵੇਗੀ ਕਿ ਸਟੇਟਾਂ ਤੇ ਸਟੇਟ ਛੱਡ ਦੇਣ ਕਿ ਸਟੇਟਾਂ ਲਾਗੂ ਕਰਨ ਜਾਂ ਨਾ ਕਰਨ, ਪਰ ਇਸ ਤੇ ਵੀ ਹਾਲੇ ਕਿਸਾਨ ਜਥੇਬੰਦੀਆਂ ਨਹੀਂ ਆਈਆਂ। ਹਾਲਾਂਕਿ ਇੱਕ ਫਲੋਟ ਹੋਈ ਸੀਗੀ ਇਹ ਮੀਡੀਆ ਦੇ ਵਿੱਚ ਨਿਊਜ਼ ਕਿ ਇਹ ਵੀ ਇਸੇ ਕਰਕੇ ਸਾਹਮਣੇ ਆਈ ਸੀ ਕਿ ਸਰਕਾਰ ਜਥੇਬੰਦੀਆਂ ਕੀ ਪ੍ਰਤੀਕਰਮ ਆਊਗਾ, ਤਾਂ ਉਸ ਤੇ ਵਿਚਾਰ ਵੀ ਕੀਤੀ ਜਾ ਰਹੀ ਹੈ। ਪਰ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕਿ ਪਹਿਲਾਂ ਰੱਦ ਕਰੋ, ਫਿਰ ਚਾਹੇ ਤੁਸੀਂ ਸਟੇਟ ਤੇ ਛੱਡ ਦਿਓ, ਪਰ ਪਹਿਲਾਂ ਰੱਦ ਕਰਨ ਦੀ ਸ਼ਰਤ ਜਿਹੜੀ ਉਹ ਵਾਰ-ਵਾਰ ਕਿਸਾਨ ਜਥੇਬੰਦੀਆਂ ਦੇ ਵੱਲ ਰੱਖੀ ਜਾ ਰਹੀ ਹੈ। ਹਾਲਾਂਕਿ ਹੁਣ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਰਸਮੀ ਮੀਟਿੰਗ ਹੈ ਇੱਕ ਤਰ੍ਹਾਂ ਦੇ ਨਾਲ, ਇਸ ਦੇ ਵਿੱਚ ਕੋਈ ਸਿੱਟਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈਗਾ। ਹਾਲਾਂਕਿ MSP ਦੇ ਕਾਨੂੰਨ ਤੇ ਗੱਲ ਹੋਣੀ ਚਾਹੀਦੀ ਸੀ, MSP ਤੇ ਵੀ ਗੱਲ ਨਹੀਂ ਹੋ ਰਹੀ ਹੈ। ਸਾਡੇ ਹਰਿੰਦਰ ਸਿੰਘ ਉਗਰਾਹਾਂ ਦੀ ਹੋਈ ਹੈ, ਸਤਨਾਮ ਸਿੰਘ ਪੰਨੂ ਦੀ ਹੋਈ ਹੈ, ਤਾਂ ਸਾਰੇ ਕਹਿੰਦੇ ਨੇ ਹਰਿੰਦਰ ਸਿੰਘ ਲੱਖੋਵਾਲ ਦੀ ਹੋਈ ਹੈ ਕਿ ਬਹੁਤੀ ਉਮੀਦ, ਜਾਂ ਚੜੂਨੀ ਸਾਹਿਬ ਦਾ ਕਹਿ ਕੇ 0% ਉਮੀਦ ਹੈ ਕਿ ਇਸ ਮੀਟਿੰਗ ਤੋਂ ਕੋਈ ਉਮੀਦ ਹੀ ਨਹੀਂ ਹੈਗੀ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਮੰਨ ਕੇ ਚੱਲ ਰਹੇ ਨੇ ਕਿ ਜਿਹੜੀ ਅੰਦਰ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਆ ਉਹ ਬੇਸਿੱਟਾ ਰਹੂਗੀ, ਤਾਂ ਇਹ ਸਾਫ਼ ਹੀ ਹੈ ਕਿ ਇਸ ਦਾ ਕੋਈ ਨਤੀਜਾ ਨਹੀਂ ਨਿਕਲਣਾ। ਪਰ ਕੀ ਇਹ ਮੀਟਿੰਗ ਆਖਰੀ ਸਾਬਤ ਹੋਊਗੀ, ਇਹ ਵੀ ਸਵਾਲ ਹੈ, ਕਿਉਂਕਿ ਜਿਸ ਢੰਗ ਦੇ ਨਾਲ ਨਰਿੰਦਰ ਸਿੰਘ ਤੋਮਰ ਦਾ ਇਹ ਬਿਆਨ ਆਉਣਾ
ਕਿ ਇਹ ਮੀਟਿੰਗ ਤਾਂ ਹੋ ਰਹੀ ਹੈ ਕਿ ਇਹ ਨਿਰਧਾਰਤ ਸੀਗੀ, ਭਾਵ ਕਿ ਜੇ ਸੁਪਰੀਮ ਕੋਰਟ ਵਾਲੇ ਫੈਸਲੇ ਤੋਂ ਪਹਿਲਾਂ ਇਹ ਮੀਟਿੰਗ ਨਿਰਧਾਰਤ ਨਾ ਹੁੰਦੀ ਤਾਂ ਹੋ ਸਕਦਾ ਹੈ ਕਿ ਮੀਟਿੰਗ ਨਾ ਹੀ ਹੁੰਦੀ। ਤਾਂ ਜਿਸ ਢੰਗ ਦੇ ਨਾਲ ਇਸ ਵੇਲੇ ਵੱਡਾ ਅਪਡੇਟ ਤੁਹਾਨੂੰ ਦੱਸ ਰਿਹਾ ਕਿ ਹੁਣ ਪ੍ਰਪੋਜ਼ਲ ਮੁੜ ਤੋਂ ਕਿਸਾਨ ਜਥੇਬੰਦੀਆਂ ਤੋਂ ਪੁੱਛਿਆ ਗਿਆ। ਕਿਸਾਨ ਜਥੇਬੰਦੀਆਂ ਕੀ ਪ੍ਰਪੋਜ਼ਲ ਦਿੰਦੀਆਂ ਨੇ, ਇਹ ਵੀ ਵੱਡਾ ਸਵਾਲ ਬਣਿਆ ਹੋਇਆ। ਪ੍ਰਪੋਜ਼ਲ ਤਾਂ ਜੇਕਰ ਦੇਣੀ ਹੁੰਦੀ ਤਾਂ ਆਪਾਂ ਕਹਿ ਸਕਦੇ ਕਿ ਕਿਸਾਨ ਆਗੂ ਪਹਿਲਾਂ ਹੀ ਦੇ ਦਿੰਦੇ, ਕਿਉਂਕਿ ਪ੍ਰਪੋਜ਼ਲਾਂ ਵਾਸਤੇ ਇਹ 8 ਮੀਟਿੰਗਾਂ ਦੀ ਲੋੜ ਨਹੀਂ ਹੈ। ਉਹ ਤਾਂ ਕਿਸਾਨ ਪਹਿਲਾਂ ਦੇ ਹੀ ਚੁੱਕੇ, ਆਪਣਾ ਫੈਸਲਾ ਸੁਣਾ ਚੁੱਕੇ ਕਿ ਸਾਨੂੰ ਕਾਨੂੰਨ ਇਹ ਰੱਦ ਚਾਹੀਦਾ। ਪਰ ਹੁਣ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਪਾਲੇ ਵਿੱਚ ਜਿਹੜੀ ਗੇਂਦ ਸੁੱਟੀ ਹੈ, ਕੇਂਦਰ ਸਰਕਾਰ ਨੇ ਕਮੇਟੀ ਬਣਾ ਦਿੱਤੀ, ਤਾਰਪੀਡੋ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੀਗੀ ਕਿ ਕਿਸੇ, ਪਰ ਇਸ ਤਰ੍ਹਾਂ ਨਹੀਂ ਹੈ। ਜਾਮੇ ਤੋਂ ਬਹੁਤ ਵੱਡਾ ਇਕੱਠ ਹੋ ਰਿਹਾ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਦਿੱਲੀ ਪਹੁੰਚ ਰਹੇ ਨੇ, ਸਾਰੇ ਸਟੇਟ ਤੋਂ, ਇਕੱਲੇ ਪੰਜਾਬ ਤੋਂ ਨਹੀਂ। ਸਭ ਤੋਂ ਵੱਧ ਪੰਜਾਬ ਤੋਂ ਆਉਣਗੇ, ਇਹ ਤੈਅ ਹੈ, ਬਾਕੀ ਸਟੇਟਸ ਤੋਂ ਵੀ ਆਉਣਗੇ। ਤਾਂ ਬਹੁਤ ਸਾਰੇ ਆਗੂਆਂ ਦੇ ਨਾਲ ਗੱਲ ਹੋਈ ਹੈ ਤਾਂ ਜਿਹੜੇ ਆਗੂ ਨੇ ਸਾਫ਼ ਕਰ ਦਿੱਤਾ। ਹਾਲਾਂਕਿ ਪਹਿਲਾਂ ਇਹ ਗੱਲ ਚੱਲ ਰਹੀ ਸੀ ਕਿ ਸ਼ਾਇਦ ਸਿਰਫ ਦਿੱਲੀ ਦੇ ਬਾਰਡਰਾਂ ਤੇ ਹੀ ਟਰੈਕਟਰ ਪਰੇਡ ਕਰਨੀ ਆ, ਪਰ ਨਹੀਂ। ਜਿਸ ਤਰ੍ਹਾਂ ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ, ਸਤਨਾਮ ਸਿੰਘ ਪੰਨੂ ਨੇ ਵੀ ਕਿਹਾ ਗਲਤ ਢੰਗ ਨਾਲ ਲਿਆ ਗਿਆ। ਉਹਨਾਂ ਨੇ ਇਹ ਕਿਹਾ ਸੀਗਾ ਕਿ ਬਾਰਡਰ ਤੇ ਨਾਕਿਆਂ ਤੋਂ ਪਰੇਡ ਸ਼ੁਰੂ ਹੋਊਗੀ, ਜਿੰਨੇ ਬਾਰਡਰਾਂ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹ ਤੋਂ ਦਿੱਲੀ ਵੱਲ ਨੂੰ ਪਰੇਡ ਸ਼ੁਰੂ ਹੋਊਗੀ। ਹੁਣ ਇਹ ਸਰਕਾਰ ਨੇ ਤੈਅ ਕਰਨਾ ਹੈ ਕਿ ਜਿਹੜੀ ਹੈ ਉਹ ਪਰੇਡ ਹੈ ਉਹ ਕਿਵੇਂ ਦੀ ਹੋ ਸਕਦੀ ਹੈ, ਕਿਸਾਨ ਜਥੇਬੰਦੀਆਂ ਕਿਵੇਂ ਦੀ ਕਰਨਾ ਚਾਹੁੰਦੀਆਂ ਨੇ, ਕਿਉਂਕਿ ਕਿਸ਼ਨ ਦਾ ਇਸ ਤੇ ਸੁਣਵਾਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜਿਹੜੀ ਟਰੈਕਟਰ ਪਰੇਡ ਹੈ ਇਹ ਤੇ ਰੋਕ ਲਾਈ ਜਾਵੇ, ਗੜਬੜੀ ਹੋ ਸਕਦੀ ਹੈ। ਤਾਂ ਹੁਣ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਕਰਕੇ ਪੁੱਛਿਆ ਗਿਆ ਕਿ ਇਹ ਟਰੈਕਟਰ ਪਰੇਡ ਜਿਹੜੀ ਕਿਸ ਤਰ੍ਹਾਂ ਦੀ ਹੋਊਗੀ, ਕੀ ਉਹਨਾਂ ਦੀ ਰੂਪਰੇਖਾ, ਕਿਸ ਥਾਂ ਤੇ ਉਹ ਪਰੇਡ ਕਰਨਾ ਚਾਹੁੰਦੇ ਨੇ। ਤਾਂ ਕਿਸਾਨ ਜਥੇਬੰਦੀਆਂ ਜ਼ਰੂਰ ਜਵਾਬ ਦੇਣਗੀਆਂ। 17 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਸੱਦੀ ਹੋਈ ਹੈ, ਉਸ ਮੀਟਿੰਗ ਦੇ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਤੈਅ ਹੋਣੀ ਹੈ। ਪਰ ਮੀਟਿੰਗ ਬੇਸਿੱਟਾ ਰਹਿਣ ਦੀ ਉਮੀਦ ਜਿੱਥੇ ਸਤਨਾਮ ਸਿੰਘ ਕਹਿ ਕੇ ਮੀਟਿੰਗ ਹੈਗੀ ਹੈ ਬੇਸਿੱਟਾ ਪਾਣਾ ਸੀਗਾ, ਉਹ ਹਜੇ ਤੱਕ ਉਸ ਤਰੀਕੇ ਦਾ ਪ੍ਰੈਸ਼ਰ ਨਹੀਂ ਪਿਆ। ਤਾਂ ਹੁਣ ਇਸ ਮੀਟਿੰਗ ਬੇਸਿੱਟਾ ਨਿਕਲੂਗੀ, ਕਿਸਾਨਾਂ ਦੀ ਮੀਟਿੰਗ ਹੋਊਗੀ। ਤਾਂ ਉਹ ਇਹ ਵੀ ਗੱਲ ਕਹਿ ਚੁੱਕੇ ਆ ਕਿ ਅਸੀਂ 26 ਤਰੀਕ ਨੂੰ ਟਰੈਕਟਰ ਮਾਰਚ ਕਰਾਂਗੇ, ਸ਼ਾਂਤੀਪੂਰਵਕ ਕਰਾਂਗੇ ਤੇ ਉਸ 26 ਤਰੀਕ ਨੂੰ ਹੀ ਦੱਸਣਗੇ ਕਿ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਉਹ ਕੀ ਹੈ, ਕਿੰਨਾ ਪ੍ਰੈਸ਼ਰ ਸਰਕਾਰ ਤੇ ਪੈਂਦਾ ਹੈ। ਉਹ ਗੱਲ ਕਹਿ ਕੇ ਕਿੱਥੋਂ ਲੱਗਦਾ ਹੈ 26 ਦਾ ਵੱਡਾ ਅਸਰ ਪੈਣ ਵਾਲਾ, ਕਿਉਂਕਿ ਸੰਕੇਤ ਦਿੱਤੇ ਇਹਨਾਂ ਨੇ। ਬਿਲਕੁਲ, ਦੇਖੋ 26 ਦਾ ਵੱਡਾ ਇੱਕ ਅੰਦੋਲਨ ਜਿਹੜਾ ਹੋਊਗਾ, ਬਹੁਤ ਸਾਰੇ ਲੋਕ ਉਹ ਵੀ ਹੋਣਗੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਸਿੱਧਾ ਸੰਬੰਧ ਨਹੀਂ ਰੱਖਦੇ ਹੈਗੇ। ਜ਼ਰੂਰੀ ਨਹੀਂ ਹੈਗਾ ਕਿ, ਕਿਉਂਕਿ ਇਸ ਕਰਕੇ ਬਹੁਤ ਤਰ੍ਹਾਂ ਦੇ ਲੋਕ ਉਸ ਸੰਘਰਸ਼ ਦੇ ਵਿੱਚ, ਉਸ ਅੰਦੋਲਨ ਦੇ ਵਿੱਚ ਆਉਣਗੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਊਗਾ, ਪੂਰੀ ਤਰ੍ਹਾਂ ਪੀਸਫੁਲ ਹੋਊਗਾ, ਬੈਰੀਗੇਡ ਅਸੀਂ ਤੋੜਨੇ ਨਹੀਂ। ਪਰ ਗੁਰਨਾਮ ਸਿੰਘ ਚੜੂਨੀ ਕਹਿੰਦੇ, ਸਾਡੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ, ਕਿ ਜੇ ਬੈਰੀਗੇਡ ਨਹੀਂ ਤੋੜਨੇ ਫਿਰ ਟਰੈਕਟਰ ਧੂਪ ਦੇਣ ਨੂੰ ਮੰਗਾਉਣੇ ਨੇ। ਇਸ ਤੋਂ ਸਾਫ਼ ਹੈ ਕਿ ਜੇ ਰੋਕਿਆ ਗਿਆ ਤਾਂ ਅਸੀਂ ਅੱਗੇ ਵਧਾਂਗੇ, ਜੇ ਦਿੱਲੀ 'ਚ ਜਾਣ ਤੋਂ ਰੋਕਿਆ ਗਿਆ ਤਾਂ ਅੱਗੇ ਵਧਣਗੇ। ਤਾਂ ਇਹ ਸਾਫ਼ ਹੈ ਕਿ ਦਿੱਲੀ 'ਚ ਜੇ ਜਾਣ ਤੋਂ ਰੋਕਿਆ ਗਿਆ 26 ਤਰੀਕ ਨੂੰ, ਤਾਂ ਕਿਸਾਨ ਜਥੇਬੰਦੀਆਂ ਦੇ ਲੋਕ ਜਾਂ ਜਿੰਨੇ ਵੀ ਇਸ ਦੇ ਵਿੱਚ ਪਹੁੰਚਣਗੇ, ਕੀ ਇਹ ਟਕਰਾਅ ਹੋਊਗਾ, ਇਹ ਸਵਾਲ ਹੈ। ਕੀ ਬਲ ਦਾ ਪ੍ਰਯੋਗ ਹੋਊਗਾ, ਕੀ ਅਥਰੂ ਗੈਸ ਦੇ ਗੋਲੇ ਸੁੱਟੇ ਜਾਣਗੇ, ਕੀ ਲਾਠੀ ਚਾਰਜ ਹੋਊਗਾ, ਇਹ ਸਾਰੇ ਸਵਾਲ ਜਿਹੜੇ ਉਹ ਬਣੇ ਹੋਏ ਨੇ। ਪਰ ਜਿਸ ਢੰਗ ਦੇ ਨਾਲ ਸ਼ਾਂਤਮਈ ਰਹਿਣ ਦੀਆਂ ਗੱਲਾਂ ਤਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇੱਕ ਥਾਂ ਤੋਂ ਐਂਟਰੀ ਨਹੀਂ ਹੋਣੀ ਦਿੱਲੀ ਨੂੰ ਦਰਜਨਾਂ ਥਾਵਾਂ ਤੋਂ ਐਂਟਰੀ ਹੋਣੀ ਹੈ। ਪੁਲਿਸ ਨੇ ਵੀ ਰੋਕਣਾ ਹੈ ਸੁਰੱਖਿਆ ਦੇ ਲਿਹਾਜ਼ ਦੇ ਨਾਲ, ਕਿਹੜੀਆਂ ਸੜਕਾਂ ਤੇ ਅਨੁਮਤੀ ਮਿਲਦੀ ਹੈ, ਸਹਿਮਤੀ ਮਿਲਦੀ ਹੈ, ਪ੍ਰਵਾਨਗੀ ਮਿਲਦੀ ਹੈ, ਇਹ ਵੀ ਗੱਲ ਹੈਗੀ ਹੈ। ਪਰ 26 ਤਰੀਕ ਤੋਂ ਬਾਅਦ ਵੀ ਅੰਦੋਲਨ ਜਾਰੀ ਰਹਿਣਾ, ਕਿਸਾਨ ਜਥੇਬੰਦੀਆਂ ਇਹ ਵੀ ਕਹਿ ਚੁੱਕੀਆਂ ਨੇ। ਹੁਣ ਸਰਕਾਰ ਤੇ ਡਿਪੈਂਡ ਹੈ ਸਰਕਾਰ ਕੀ ਕੁਝ ਕਰਦੀ ਹੈ। ਪਰ ਸਰਕਾਰ ਹਾਲੇ ਜਿਸ ਤੱਕ ਹੁਣ ਤੱਕ ਦੀ ਜਿਹੜੀ ਅਪਡੇਟ ਹੈ ਜਾਂ ਹੁਣ ਤੱਕ ਦੀਆਂ ਜਿਹੜੀਆਂ ਉਹਨਾਂ ਦੀ ਬਿਆਨਬਾਜ਼ੀ ਹੈ ਜਾਂ ਹੁਣ ਤੱਕ ਦੀਆਂ ਖਬਰਾਂ ਨੇ, ਕਿ ਕਾਨੂੰਨ ਸਰਕਾਰ ਰੱਦ ਨਹੀਂ ਕਰਨਾ ਚਾਹੁੰਦੀ। ਸਰਕਾਰ ਵਾਰ-ਵਾਰ ਤਰਕ ਦੇ ਰਹੀ ਹੈ ਕਿ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਨੇ, ਵੈਸੇ ਤਾਂ 99% ਹੀ ਕਹਿੰਦੇ ਆ ਕਿ ਬਹੁਤ ਸਾਰੀਆਂ ਸਟੇਟਸ, ਬਹੁਤ ਸਾਰੇ ਕਿਸਾਨ ਵੱਡੀ ਗਿਣਤੀ 'ਚ ਕਾਨੂੰਨਾਂ ਦੇ ਹੱਕ ਹੁਣ ਹੁੰਦੀ ਹੈ ਕਿ ਕਿਸਾਨ ਜਥੇਬੰਦੀਆਂ ਕਹਿ ਰਹੇ ਨੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ, ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਖੇਤੀ ਕਾਨੂੰਨਾਂ ਤੇ ਰੋਕ ਜ਼ਰੂਰ ਲਾ ਦਿੱਤੀ ਗਈ ਹੈ, ਸੁਪਰੀਮ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ, ਪਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰੋਕ ਤਾਂ ਕਦੇ ਵੀ ਹਟਾਈ ਜਾ ਸਕਦੀ ਹੈ, ਇਸ ਕਰਕੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਯਾਨੀ ਇਸ ਪ੍ਰਪੋਜ਼ਲ ਦਾ ਵੀ ਜਿਹੜਾ ਕੋਈ ਵੱਡਾ ਮਸਲਾ ਨਹੀਂ ਹੈਗਾ। ਪ੍ਰਪੋਜ਼ਲ ਫਿਰ ਕਿਸਾਨਾਂ ਤੋਂ ਮੰਗੀ ਗਈ ਹੈ ਤਾਂ ਸਾਫ਼ ਤੌਰ ਤੇ ਫਿਰ ਇੱਕ ਵਾਰੀ ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਉਸੇ ਗੱਲ ਤੇ ਫਿਰ ਅੜੇ ਹੋਏ ਨੇ ਤਾਂ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣੇ। ਕਿਸਾਨਾਂ ਨੂੰ ਫਿਰ ਕਹਿ ਦਿੱਤਾ ਗਿਆ ਤੁਸੀਂ ਪ੍ਰਪੋਜ਼ਲ ਦਿਓ, ਸਿੱਧੇ ਤੌਰ ਤੇ ਫਿਰ ਇੱਕ ਵਾਰੀ ਕਿਸਾਨਾਂ ਨੂੰ ਟਾਲ ਮਟੋਲ ਕਰਕੇ ਤੋਰਿਆ ਜਾਊਗਾ। ਪਰ ਆਉਣ ਵਾਲਾ ਸਮਾਂ ਕੇਂਦਰ ਵਾਸਤੇ ਮੁਸ਼ਕਿਲਾਂ ਭਰਿਆ, ਕਿਉਂਕਿ 26 ਤਰੀਕ ਨੂੰ ਜਿਹੜਾ ਮਾਰਚ ਹੋਣਾ, ਪੂਰੇ ਦੇਸ਼ 'ਚੋਂ ਟਰੈਕਟਰ ਇਕੱਠੇ ਹੋਣੇ ਆ, ਪੂਰੇ ਪੰਜਾਬ 'ਚੋਂ ਵੀ ਲੋਕ ਆਣਗੇ। ਤਾਂ ਸਿੱਧੇ ਤੇ ਹੁਣ ਕਿਸਾਨ ਆਗੂ ਇਹ ਕਹਿ, ਅਸੀਂ ਅੱਜ ਤੱਕ ਸੋਚ ਰਹੀ ਸੀ ਕਿ ਕਿਸਾਨ ਆਗੂ, ਉਹਨਾਂ ਨੇ ਕਿਹਾ ਕਿ ਹੁਣ ਪੂਰੇ ਦੇਸ਼ 'ਚੋਂ ਇਕੱਠ ਕਰਕੇ 26 ਤਰੀਕ ਨੂੰ ਦੱਸਾਂਗੇ ਸਰਕਾਰ ਕੀ ਹੈਗੀ ਤੇ ਕਿਸਾਨ ਕੀ ਹੈਗੇ। ਇਸ ਕਰਕੇ ਆਉਣ ਵਾਲਾ ਸਮਾਂ ਕੇਂਦਰ ਵਾਸਤੇ ਵਾਕਈ ਮੁਸ਼ਕਿਲਾਂ ਭਰਾ ਹੋਣ ਵਾਲਾ ਹੈ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਅਮਿਤ ਸ਼ਰਮਾ।